जे कोई प्राइम मिनिस्टर बन गया ਜਾਂ ਕਿਸੇ ਅਹੁਦੇ ਤੇ ਬਹਿ ਗਿਆ ਮਤ ਭੁਲੇਖਾ ਰੱਖੇ ਕਿ ਮੈਂ ਰਾਜਾ ਬਣ ਗਿਆ। ਇਹੋ ਜਿਹੀਆਂ ਬਦਮਾਸ਼ੀਆਂ ਪ੍ਰਜਾ ਨਾ ਕਰੀਏ, ਇਹੋ ਜਿਹੀਆਂ ਲੋਕਤੰਤਰ ਦਾ ਘਾਣ ਕਰੀਏ ਤੇ ਪ੍ਰਜਾ ਲਾਉਣਾ ਵੀ ਜਾਣਦੀ। ਔਰ ਅੱਜ ਸਿਰਫ ਇਹ ਜਨ ਅੰਦੋਲਨ ਹੋਣ ਕਰਕੇ ਸਰਕਾਰ ਡਰ ਰਹੀ ਹੱਥ ਪਾਉਣ ਤੋਂ, ਨਹੀਂ ਤੇ ਇਹ ਲਾਠੀਆਂ ਚਲਾਉਣ ਤੋਂ ਵੀ ਨਾ ਡਰੇ, ਇਹ ਧੱਕਾ ਕਰਨ ਤੋਂ ਵੀ ਨਾ ਡਰੇ। ਇਹ ਪੁੱਠਾ ਪੰਗਾ ਨਾ ਲੈ ਲੇ ਤੇ ਫੌਜ ਦਾ ਮੂੰਹ ਵੀ ਇਹਦੇ ਵੱਲ ਨੂੰ ਨਾ ਹੋ ਜੇ, ਕਿਉਂਕਿ ਜਦੋਂ ਕੋਈ ਇਹੋ ਜਿਹਾ ਕੰਮ ਚੱਲਦਾ ਨਾ ਤੇ ਫਿਰ ਹਰ ਵਰਗ ਨੂੰ ਤਕਲੀਫ ਹੁੰਦੀ ਆ। ਔਰ ਇੱਥੇ ਲਗਾਤਾਰ ਬੈਠੇ ਨੇ ਆਪਦੀ ਜ਼ਿੰਮੇਵਾਰੀ। ਜੇ ਇੱਕ MLA ਬੈਠਾ ਤੇ ਉਹਦੀ ਮੀਨਸ ਕਿ ਉਹਦੇ ਪਿੱਛੇ 2.5 ਲੱਖ ਵੋਟਰ ਬੈਠਾ, ਜੇ MP ਬੈਠਾ ਤੇ ਉਹਦੇ ਪਿੱਛੇ 18 ਲੱਖ ਵੋਟਰ ਬੈਠਾ। ਇਹ ਅੰਦੋਲਨ ਹਿਸਟਰੀ ਕ੍ਰੀਏਟ ਕਰਕੇ ਜਾਊਗਾ ਤੇ ਮੇਰੇ ਖਿਆਲ ਨਾਲ ਆਉਣ ਵਾਲੀ ਜਨਰੇਸ਼ਨਸ ਦੇ ਜਦੋਂ ਇਹ ਹਿਸਟਰੀ ਪੜ੍ਹਦੇ ਆ, ਉਸ ਹਿਸਟਰੀ ਦੇ ਵਿੱਚ ਕਾਲੇ ਅੱਖਰਾਂ ਦੇ ਨਾਲ ਇਹ ਨਾਂ ਲਿਖਿਆ ਜਾਊਗਾ ਅੱਜ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਦਾ। ਗੁਰਦਾਸਪੁਰ ਤੋਂ MLA ਬਰਿੰਦਰ ਸਿੰਘ ਪਾੜਾ ਜੀ ਇਸ ਵੇਲੇ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਬਰਿੰਦਰ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਇਸ ਅੰਦੋਲਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕੀ ਪੈੜਾਂ ਛੱਡ ਕੇ ਜਾਏਗਾ ਇਹ ਅੰਦੋਲਨ? ਇਹ ਅੰਦੋਲਨ ਹਿਸਟਰੀ ਕ੍ਰੀਏਟ ਕਰਕੇ ਜਾਊਗਾ ਤੇ ਮੇਰੇ ਖਿਆਲ ਨਾਲ ਆਉਣ ਵਾਲੀ ਜਨਰੇਸ਼ਨਸ ਦੇ ਜਦੋਂ ਇਹ ਹਿਸਟਰੀ ਪੜ੍ਹਦੇ ਆ, ਉਸ ਹਿਸਟਰੀ ਦੇ ਵਿੱਚ ਕਾਲੇ ਅੱਖਰਾਂ ਦੇ ਨਾਲ ਇਹ ਨਾਂ ਲਿਖਿਆ ਜਾਊਗਾ ਅੱਜ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਦਾ। ਕਿਉਂਕਿ ਇਹ ਹਿਸਟਰੀ ਕ੍ਰੀਏਟ ਹੋ ਗਈ ਆ ਕਿ ਲਗਾਤਾਰ ਕਿਸਾਨ ਜਿਹੜੇ ਆ ਪਿਛਲੇ 1.5 ਮਹੀਨੇ ਤੋਂ ਉੱਥੇ ਬੈਠੇ ਆ। ਬਜ਼ੁਰਗ ਮਾਤਾ, ਬਜ਼ੁਰਗ, ਫਿਰ ਨੌਜਵਾਨ, ਫਿਰ ਆਪਣੇ ਛੋਟੇ ਬੱਚੇ ਔਰ ਪੂਰੀ ਫੈਮਿਲੀ ਦੇ ਨਾਲ ਆ ਕੇ ਉੱਥੇ ਬੈਠੇ ਆ। ਤੇ ਮੇਰੇ ਖਿਆਲ ਇਸ ਤੋਂ ਵੱਡੀ ਹਿਸਟਰੀ ਹੋਰ ਕਿਹੜੀ ਹੋ ਸਕਦੀ ਹੈ? ਤੇ ਜਿਹੜੀ ਹਿਸਟਰੀ ਦੀ ਬੁੱਕ ਅਸੀਂ ਪੜ੍ਹਦੇ ਹਾਂ ਉਹਦੇ 'ਚ ਇੱਕ ਚੈਪਟਰ ਵੱਖਰਾ ਕਿਸਾਨਾਂ ਦੇ ਪ੍ਰਤੀ ਆਊਗਾ ਵੀ ਇਸ ਸੰਨ ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀਗਾ ਔਰ ਦਿੱਲੀ ਦੇ ਬਾਰਡਰਾਂ 'ਤੇ ਲੋਕ ਜਿਹੜੇ ਆ ਲਗਾਤਾਰ ਉੱਥੇ ਬੈਠੇ ਸੀਗੇ। ਸੋ ਇਹ ਕਿਸ ਨਜ਼ਰੀਏ ਤੋਂ ਵੇਖਣਾ ਤੇ ਇਹ ਇਨਸਾਨੀਅਤ ਦਾ ਘਾਣ ਹੈ। ਕਿਉਂਕਿ ਜਿਹੜੀ ਗਵਰਨਮੈਂਟ ਹੁੰਦੀ ਆ ਉਹ ਆਪਦੀ ਜਿਹੜੀ ਜਨਤਾ ਆ ਉਹਦੇ ਪਹਿਲਾਂ ਸਭ ਤੋਂ ਉਹਦੇ ਪ੍ਰਤੀ ਉਹਨੂੰ ਸਿਰ ਧੋਣਾ ਚਾਹੀਦਾ ਗਵਰਨਮੈਂਟ ਨੂੰ, ਕਿ ਜੇ ਕਿਸੇ ਨੂੰ ਕੋਈ ਫੈਸਲੇ ਤੋਂ ਤੇ ਗਵਰਨਮੈਂਟ ਨੂੰ ਤੁਰੰਤ ਆਪਣੇ ਪ੍ਰਜਾ ਦੀ ਆਵਾਜ਼ ਸੁਣਨੀ ਚਾਹੀਦੀ। ਪਰ ਇਹ ਸਰਕਾਰ ਬਿਲਕੁਲ ਅੰਨੀ ਤੇ ਬੋਲੀ ਸਰਕਾਰ, ਕਿਉਂਕਿ ਅੱਜ ਇੰਨੇ ਦਿਨ ਹੋਣ ਦੇ ਬਾਵਜੂਦ ਵੀ ਡੇਟ ਤੇ ਡੇਟ ਦੇਈ ਜਾ ਰਿਹਾ ਕਿ ਇਸ ਦਿਨ ਬੈਠਾਂਗੇ, ਮੀਟਿੰਗਾਂ ਚੱਲੀ ਜਾ ਰਹੀਆਂ। ਪਰ ਇਹ ਕੋਈ ਇਹ ਫਰਮਾਨ ਜਿਹੜੇ ਕਾਲੇ ਕਾਨੂੰਨਾਂ ਦੇ ਜਿਹੜੇ ਇਹਨਾਂ ਨੇ ਜਾਰੀ ਕੀਤੇ ਸੀਗੇ ਕਿਤੋਂ ਬਾਹਰੋਂ ਪੁੱਛਣ ਨਹੀਂ ਗਏ ਸੀ, ਇਹਨਾਂ ਦੇ ਬਣਾਏ ਹੋਏ ਆ। ਤੇ ਅੱਜ ਮੈਂ ਸਮਝਦਾ ਕਿ ਹਰ 10 ਦਿਨ ਦੀ 15 ਦਿਨ ਦੀ ਜਿਹੜੀ ਤਰੀਕ ਦਿੰਦੇ ਆ, ਕਿਹਨੂੰ ਪੁੱਛਣਾ ਚਾਹੁੰਦੇ ਨੇ ਇਹਨਾਂ ਨੂੰ ਤੁਰੰਤ ਇਹਦੇ ਤੇ ਡੇ 1 ਤੇ ਜਦੋਂ ਪਤਾ ਲੱਗ ਗਿਆ ਸੀ ਕਿ ਲੋਕ ਸੜਕਾਂ ਤੇ ਆ ਗਏ ਆ, ਇਹਨਾਂ ਨੂੰ ਨਾਲ ਦੀ ਨਾਲ ਹੀ ਇਹ ਸਮਝ ਜਾਣਾ ਚਾਹੀਦਾ ਸੀਗਾ ਕਿ ਇਹ ਜਿਹੜਾ ਲੋਕਾਂ ਦੇ ਅੰਦਰ ਭਾਰੀ ਰੋਸ ਆ ਤੇ ਇਹਨੂੰ ਬ੍ਰੇਕ ਲਾ ਦੇਣੀ ਚਾਹੀਦੀ ਸੀ ਤਿੰਨਾਂ ਕਾਨੂੰਨਾਂ ਨੂੰ, ਕਿ ਭਾਈ ਤੁਹਾਨੂੰ ਇਸ ਗੱਲ ਦੀ ਚਿੰਤਾ ਆ ਤੇ ਅਸੀਂ ਇਸ ਕਾਨੂੰਨਾਂ ਨੂੰ ਫਿਲਹਾਲ ਦੀ ਘੜੀ ਇਹਨੂੰ ਫੁੱਲ ਸਟਾਪ ਲਾਉਂਦੇ ਆ ਔਰ ਕਿਸਾਨਾਂ ਦੇ ਨਾਲ, ਆਮ ਨਾਗਰਿਕਾਂ ਦੇ ਨਾਲ, ਆਮ ਜਨਤਾ ਦੇ ਨਾਲ ਇਹਦਾ ਰਾਏ ਮਸ਼ਵਰਾ ਕਰਕੇ ਤੇ ਫਿਰ ਫੈਸਲਾ ਲੈਣਾ ਚਾਹੀਦਾ ਸੀ। ਪਾੜਾ ਸਾਹਿਬ, ਇਸ ਅੰਦੋਲਨ ਦੀ ਆਪਾਂ ਗੱਲ ਕਰੀਏ ਤਾਂ ਪੂਰੇ ਅੰਦੋਲਨ ਦੇ ਵਿੱਚ ਕਿਸਾਨ ਇੱਕ ਨਾਇਕ ਦੇ ਵਜੋਂ ਉੱਭਰਿਆ ਤੇ ਆਵਾਜ਼ ਉੱਠਣ ਲੱਗ ਗਈ ਹੈ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਵੀ ਕਿਸਾਨ ਦਾ ਪੁੱਤਰ ਹੋਵੇਗਾ। ਸੋ ਤੁਸੀਂ ਕਿਸ ਨਜ਼ਰੀਏ ਨਾਲ ਇਸ ਆਵਾਜ਼ ਨੂੰ ਦੇਖਦੇ ਹੋ ਕਿ ਕਿਸਾਨ ਜਿਹੜੇ ਹੈਗੇ ਨੇ ਲੀਡਰ ਉਹ ਸਿਆਸਤ ਵਿੱਚ ਕੁੱਦਣਗੇ ਆਉਣ ਵਾਲੇ ਸਮੇਂ 'ਚ? ਨਹੀਂ, ਕਿਸਾਨ ਦੇ ਸਿਆਸਤ ਦੇ ਵਿੱਚ ਅਸੀਂ ਵੀ ਕਿਸਾਨ ਆ, ਅਸੀਂ ਵੀ ਕਿਸਾਨ ਦੇ ਪੁੱਤਰ ਹੀ ਆ, ਅਸੀਂ ਵੀ ਸਿਆਸਤ ਦੇ ਵਿੱਚ ਆ। ਔਰ ਕਿਹੜਾ ਬੰਦਾ ਜਿਹੜਾ ਕਿਸਾਨ ਨਹੀਂ ਹੈ? ਔਰ ਜਿੰਨੇ ਲੀਡਰ ਨੇ ਮੈਂ ਕਹਿੰਦਾ ਕਿ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ, ਕਿਸੇ ਲੀਡਰ ਦੀ ਵੀ ਗੱਲ ਕਰ ਲਓ, ਚਾਹੇ ਪ੍ਰਧਾਨ ਮੰਤਰੀ ਦੀ ਗੱਲ ਕਰ ਲਓ, ਚਾਹੇ ਮੁੱਖ ਮੰਤਰੀਆਂ ਦੀ ਗੱਲ ਕਰ ਲਓ, ਸੈਂਟਰ ਦੇ ਵਜ਼ੀਰਾਂ ਦੀ ਗੱਲ ਕਰ ਲਓ, ਸੂਬਿਆਂ ਦੇ ਵਜ਼ੀਰਾਂ ਦੀ ਗੱਲ ਕਰ ਲਓ, ਵਿਧਾਇਕਾਂ ਦੀ, MP ਦੀ, ਮੇਰੇ ਖਿਆਲ 80% ਤੋਂ ਵੱਧ 90% ਜਿਹੜੇ ਲੋਕ ਕਿਸਾਨੀ ਨਾਲ ਸੰਬੰਧਿਤ ਰੱਖਦੇ ਨੇ। ਤੇ ਇਹ ਕੋਈ ਨਵੀਂ ਗੱਲ ਨਹੀਂ ਕਿ ਕਿਸਾਨ ਦਾ ਬੱਚਾ ਹੀ ਜਿਹੜਾ ਉਹ ਅਗਵਾਈ ਕਰੇਗਾ, ਕਿਸਾਨ ਦੇ ਬੱਚੇ ਹੀ ਅਗਵਾਈ ਕਰ ਰਹੇ ਆ। ਪਰ ਡਿਪੈਂਡ ਕਰਦਾ ਕਿ ਲੀਡਰ ਦੀ ਜਿਹੜੀ ਕਿਸਾਨ ਦਾ ਪੁੱਤਰ ਹੋਣ ਦੇ ਬਾਵਜੂਦ ਕੁਰਸੀਆਂ ਤੇ ਬਹਿ ਕੇ ਤੇ ਅੰਦਰ ਦੀ ਆਪ ਦੀ ਜਿਹੜੀ ਇਨਸਾਨੀਅਤ ਖਤਮ ਹੋ ਜੇ ਤੇ ਫਿਰ ਇਨਸਾਨ ਦਾ ਜਿਹੜਾ ਪੁੱਤਰ ਵੀ ਅਗਵਾਈ ਕਰੂ ਉਹ ਕਦਾ ਕਿਸਾਨ ਦਾ ਪੁੱਤਰ ਰਹਿ ਗਿਆ। ਸੋ ਇਹ ਗੱਲਾਂ ਨਹੀਂ, ਗੱਲਾਂ ਤੇ ਇਹ ਹੈ ਕਿ ਤੁਹਾਡੇ ਅੰਦਰ ਇਨਸਾਨੀਅਤ ਜਿਹੜੀ ਆ ਉਹ ਕਿੰਨੀ ਦੇਰ ਜਿੰਦਾ ਰਹਿੰਦੀ ਆ, ਜਿੰਦਾ ਰਹਿੰਦੀ ਵੀ ਆ ਕਿ ਨਹੀਂ ਰਹਿੰਦੀ। ਇਹਨਾਂ ਦੀ ਇਨਸਾਨੀਅਤ ਜਿਹੜੀ ਅੰਦਰ ਮਰ ਚੁੱਕੀ ਆ। ਔਰ ਅੱਜ ਆਹ ਦਿਨ ਜਿਹੜਾ ਲੋਕਾਂ ਨੂੰ ਤੁਸੀਂ ਹੁਣ ਦੇਖ ਲਓ, ਬਾਰਿਸ਼ ਪੈ ਰਹੀ ਹੈ ਕਿਵੇਂ, ਤੇ ਕਿਵੇਂ ਉੱਥੇ ਛੋਟੇ ਬੱਚਿਆਂ ਨੂੰ ਲੈ ਕੇ ਜਿਨ੍ਹਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ, ਉੱਥੇ ਆਨਲਾਈਨ ਕਲਾਸਿਸ ਲੱਗ ਰਹੀਆਂ। ਇਹ ਵੀ ਹਿਸਟਰੀ ਕ੍ਰੀਏਟ ਕਰਤੀ ਆ ਜਿਹੜੇ ਪਰਿਵਾਰਾਂ ਨੇ, ਉਹਨਾਂ ਦੀਆਂ ਮਾਵਾਂ ਨੇ, ਉਹਨਾਂ ਦੀ ਫੈਮਲੀਜ਼ ਨੇ, ਕਿ ਛੋਟੇ ਬੱਚੇ ਉੱਥੇ ਪੜ੍ਹ ਰਹੇ ਆ ਔਰ ਨਾਲ ਦੀ ਨਾਲ ਸੰਘਰਸ਼ ਕਰ ਰਹੇ ਆ। ਤੇ ਫਿਰ ਇਹ ਕਾਹਦੀ ਡੈਮੋਕ੍ਰੇਟਿਕ ਕੰਟਰੀ ਹੈ ਸਾਡਾ ਹਿੰਦੁਸਤਾਨ, ਕਿ ਜਿੱਥੇ ਆਪ ਦੀ ਇੱਕ ਛੋਟੀ ਜੀ ਮੰਗ ਮੈਂ ਸਮਝਦਾ ਤੇ ਛੋਟੀ ਜੀ ਮੰਗ ਨੂੰ ਲੈਣ ਵਾਸਤੇ ਸੜਕਾਂ ਤੇ ਰੁਲਣਾ ਪੈ ਰਿਹਾ। ਸੋ ਬੜੀ ਇਹ ਨਿੰਦਣਯੋਗ ਗੱਲ ਆ। ਜੇਕਰ ਨਹੀਂ ਚੰਗਾ ਫੈਸਲਾ ਲੈਂਦੇ ਤੇ ਫਿਰ ਇਹ ਕਿਸੇ ਬੰਨੇ ਨੂੰ ਵੀ ਗੱਲ ਜਾ ਸਕਦੀ ਹੈ। ਹੁਣ ਤੱਕ ਇਹੋ ਹੀ ਇਹਨਾਂ ਤੋਂ ਸੁਣਨ ਨੂੰ ਮਿਲ ਰਿਹਾ ਜੀ, ਕਾਂਗਰਸ ਦਾ ਹੱਥ ਹੈ,
ਕਾਂਗਰਸ ਕਰਵਾ ਰਹੀ ਆ, ਕਾਂਗਰਸ ਨੇ ਉੱਥੇ ਬੰਦੇ ਖੜੇ ਕਰਤੇ ਆ। ਸੰਘਰਸ਼ ਜਿਹੜੀ ਆ ਤਿੱਖਾ ਕਾਂਗਰਸ ਕਰਾ ਰਹੀ ਆ ਕਿ ਉਹ ਜਿਹੜੇ ਕਿਸਾਨ ਜਿਨ੍ਹਾਂ ਨੇ ਪੂਰੇ ਮੁਲਕ ਦਾ ਢਿੱਡ ਪਾਲਿਆ, ਕੀ ਗੱਲ ਉਹ ਬੱਚੇ ਨੇ? ਉਹਨਾਂ ਨੂੰ ਕੁਝ ਨਹੀਂ ਪਤਾ। ਕਦੀ ਮੈਂ ਜਦੋਂ ਉਹਨਾਂ ਨੂੰ ਖਾਲਿਸਤਾਨੀ ਕਹਿ ਦਿੰਦੇ ਹੋ, ਕਦੀ ਕਿਸੇ ਨਾਂ ਨਾਲ ਜੇ ਤੁਸੀਂ ਉਹਨਾਂ ਨੂੰ ਕਹਿ ਦਿੰਦੇ ਖਾਲਿਸਤਾਨੀ ਨੇ, ਫਲਾਣੇ ਨੇ, ਇਹਨਾਂ ਨੂੰ ਬਾਹਰੋਂ ਫੰਡਿੰਗ ਕਿੱਥੋਂ ਆ ਰਹੀ ਆ? ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਜਦੋਂ ਕੋਵਿਡ ਦਾ ਕਹਿਰ ਆਇਆ ਪੂਰੇ ਵਰਲਡ ਦੇ ਵਿੱਚ ਸਿੱਖਾਂ ਨੇ ਲੰਗਰ ਲਾਤੇ ਬਾਹਰਲੇ ਮੁਲਕਾਂ ਦੇ ਵਿੱਚ, ਉਦੋਂ ਕਦੀ ਫੰਡਿੰਗ ਨਹੀਂ ਪੁੱਛੀ ਤੁਸੀਂ। ਅੱਜ ਆਪਦੇ ਸੰਘਰਸ਼ ਆਪਦੀ ਲੜਾਈ ਲਈ ਅਸੀਂ ਬੈਠੇ, ਅੱਜ ਤੁਸੀਂ ਫੰਡਿੰਗ ਪੁੱਛਦੇ ਹੋ। ਸੋ ਇਹ ਹਿੰਦੁਸਤਾਨ ਆ। ਜੇ ਕੋਈ ਪ੍ਰਾਈਮ ਮਿਨਿਸਟਰ ਬਣ ਗਿਆ ਜਾਂ ਕਿਸੇ ਅਹੁਦੇ ਤੇ ਬਹਿ ਗਿਆ, ਮਤ ਭੁਲੇਖਾ ਰੱਖੇ ਕਿ ਮੈਂ ਰਾਜਾ ਬਣ ਗਿਆ। ਹਮੇਸ਼ਾ ਰਾਜਾ ਪ੍ਰਜਾ ਬਣਾਉਂਦੀ ਆ, ਤੇ ਜੇ ਰਾਜਾ ਬਦਮਾਸ਼ ਬਣ ਜੇ ਤੇ ਫਿਰ ਇਹੋ ਜਿਹੀਆਂ ਬਦਮਾਸ਼ੀਆਂ ਪ੍ਰਜਾ ਨਾ ਕਰੀਏ, ਇਹੋ ਜਿਹੀਆਂ ਲੋਕਤੰਤਰ ਦਾ ਘਾਣ ਕਰੀਏ ਤੇ ਪ੍ਰਜਾ ਲਾਉਣਾ ਵੀ ਜਾਣਦੀ ਹੈ। ਪਾੜਾ ਸਾਹਿਬ, ਜਦੋਂ ਵੀ ਗੱਲਬਾਤ ਕਰਦੇ ਹਾਂ ਕਿਸਾਨਾਂ ਨਾਲ, ਅਸੀਂ ਹਮੇਸ਼ਾ ਉਹਨਾਂ ਨੂੰ ਪੁੱਛਦੇ ਹੁੰਦੇ ਹਾਂ ਕਿ ਪਹਿਲਾਂ ਹਮੇਸ਼ਾ ਸਿਆਸਤਦਾਨ ਜਾਂ ਵਿਰੋਧੀ ਧਿਰ ਜਿਹੜੀ ਹੁੰਦੀ ਸੀ ਉਹ ਅਗਵਾਈ ਕਰਦੀ ਹੁੰਦੀ ਸੀ ਅੰਦੋਲਨਾਂ ਦੀ, ਵੱਡੇ ਵੱਡਿਆਂ ਦੀ, ਤੇ ਉੱਥੇ ਜਾ ਕੇ ਮੰਚਾਂ ਤੇ ਉਹਨਾਂ ਨੂੰ ਬੋਲਣ ਦਿੱਤਾ ਜਾਂਦਾ ਸੀ। ਉਹਨਾਂ ਦਾ ਕਹਿਣਾ ਹੈ ਕਿ ਅੱਜ ਵਿਰੋਧੀ ਧਿਰ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰ ਪੈ ਚੁੱਕੀ ਹੈ, ਇਸੇ ਕਰਕੇ ਹੀ ਸਾਨੂੰ ਸੜਕਾਂ ਦੇ ਉੱਤੇ ਉਤਰਨਾ ਪਿਆ। ਅੱਜ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਹਾਂ। ਨਹੀਂ, ਇਹੋ ਜੀ ਕੋਈ ਗੱਲ ਨਹੀਂ ਕਿ ਵਿਰੋਧੀ ਧਿਰ ਕਮਜ਼ੋਰ ਪੈ ਗਈ ਹੈ। ਗੱਲ ਇਹ ਹੈ ਕਿ ਅੱਜ ਜੇ ਡਾਇਰੈਕਟ ਪੋਲੀਟੀਸ਼ੀਅਨ ਅਸੀਂ ਲੋਕ ਜਿਹੜੇ ਡਾਇਰੈਕਟ ਪਾਰਟ ਲੈਂਦੇ ਆ ਜੇ ਉੱਥੇ ਜਾ ਕੇ, ਤੇ ਆਲਰੇਡੀ ਕਹੀ ਜਾ ਰਹੇ ਆ ਕਿ ਕਾਂਗਰਸ ਕਰਾ ਰਹੀ ਆ, ਇਹ ਪੋਲੀਟੀਕਲ ਪਾਰਟੀਆਂ ਕਰਾ ਰਹੀਆਂ। ਅਸੀਂ ਉਹਨਾਂ ਦੇ ਅੰਦੋਲਨ ਨੂੰ ਕਮਜ਼ੋਰ ਨਹੀਂ ਪਾਉਣਾ ਚਾਹੁੰਦੇ। ਅਸੀਂ ਆਪ ਦੀ ਜ਼ਿੰਮੇਵਾਰੀ ਇੱਥੇ ਸਾਡੇ MP ਸਾਹਿਬਾਨ, ਸਾਡੇ MLA ਸਾਹਿਬਾਨ ਇੱਥੇ ਲਗਾਤਾਰ, ਅੱਜ ਮੇਰੇ ਖਿਆਲ ਤਕਰੀਬਨ ਇਹਨਾਂ ਦਾ 1 ਮਹੀਨਾ ਹੋ ਗਿਆ, ਔਰ ਇੱਥੇ ਲਗਾਤਾਰ ਬੈਠੇ ਨੇ। ਆਪ ਦੀ ਜ਼ਿੰਮੇਵਾਰੀ, ਜੇ ਇੱਕ MLA ਬੈਠਾ ਤੇ ਉਹਦੀ ਮੀਨਸ ਕਿ ਉਹਦੇ ਪਿੱਛੇ 2.5 ਲੱਖ ਵੋਟਰ ਬੈਠਾ, ਜੇ MP ਬੈਠਾ ਤੇ ਉਹਦੇ ਪਿੱਛੇ 18 ਲੱਖ ਵੋਟਰ ਬੈਠਾ। ਤੇ ਸੋ ਆਪ ਦੀ ਜ਼ਿੰਮੇਵਾਰੀ ਇੱਥੇ ਜਿਹੜੀ ਹੈ ਕੋਈ ਛੋਟੀ ਗੱਲ ਨਹੀਂ ਕਿ MP ਤੇ MLA ਜਿਹੜੇ ਆ ਫੁੱਟਪਾਥ ਤੇ ਬੈਠੇ ਨੇ ਪਿਛਲੇ 1 ਮਹੀਨੇ ਤੋਂ। ਇਹ ਸਿੰਬੋਲਿਕ ਧਰਨੇ ਹੁੰਦੇ ਨੇ। ਸਿੰਬੋਲਿਕਲੀ ਅਸੀਂ ਜੋ ਆਪ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਨਿਭਾ ਰਹੇ ਹਾਂ। ਔਰ ਜੋ ਇਹ ਜਨ ਅੰਦੋਲਨ ਹੈ, ਕਿਸੇ ਪਾਰਟੀ ਦਾ ਅੰਦੋਲਨ ਨਹੀਂ ਕਿ ਜਿਹੜਾ ਕੋਈ ਅਗਵਾਈ ਉੱਥੇ ਪੋਲੀਟੀਕਲ ਲੀਡਰ, ਮੈਂ ਸਮਝਦਾ ਕਿਸਾਨਾਂ ਦਾ ਫੈਸਲਾ ਜਿਹੜਾ ਉਹ ਬਿਲਕੁਲ ਸਹੀ ਹੈ ਕਿ ਉੱਥੇ ਪੋਲੀਟੀਕਲ ਜਿਹੜੇ ਲੀਡਰ ਆ ਉਹ ਨਹੀਂ ਆਉਣ ਦਿੱਤੇ ਗਏ, ਬਹੁਤ ਵਧੀਆ ਕੀਤਾ। ਅਦਰਵਾਈਜ਼ ਉੱਥੇ ਪੋਲੀਟੀਕਲ ਲੀਡਰ ਕੋਈ ਗਲਤ ਬੋਲ ਜਾਂਦੇ ਤੇ ਇਹ ਅੱਜ ਦਾ ਧਰਨਾ ਨਹੀਂ, ਬੜੀ ਦੇਰ ਦਾ ਇਹਨਾਂ ਸਰਕਾਰ ਦੀ ਜਿਹੜੀ ਅੱਖ ਸੀਗੀ ਇਹਨਾਂ ਨੇ ਖਤਮ ਕਰ ਦੇਣਾ ਸੀਗਾ। ਔਰ ਅੱਜ ਸਿਰਫ ਇਹ ਜਨ ਅੰਦੋਲਨ ਹੋਣ ਕਰਕੇ ਸਰਕਾਰ ਡਰ ਰਹੀ ਹੱਥ ਪਾਉਣ ਤੋਂ, ਨਹੀਂ ਤੇ ਇਹ ਲਾਠੀਆਂ ਚਲਾਉਣ ਤੋਂ ਵੀ ਨਾ ਡਰੇ, ਇਹ ਧੱਕਾ ਕਰਨ ਤੋਂ ਵੀ ਨਾ ਡਰੇ। ਸਿਰਫ ਅੱਗੇ ਦੇਖ ਰਿਹਾ ਇਹਨਾਂ ਨੂੰ ਕਿ ਜੇ ਅਸੀਂ ਧੱਕਾ ਕਰਾਂਗੇ ਤੇ ਸਾਡਾ ਰਹਿਣਾ ਕੱਖ ਨਹੀਂ। ਬਹੁਤ ਸਾਰੇ ਅੰਦੋਲਨ ਪਹਿਲਾਂ ਹੋਏ, ਲਾਠੀ ਚਾਰਜ ਕੀਤਾ ਗਿਆ, ਅੰਦੋਲਨ ਚੁਕਾ ਦਿੱਤੇ ਗਏ, ਤੇ ਇਸ ਅੰਦੋਲਨ ਤੇ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਇਸ ਪਾਸੇ ਸੋਚ ਵੀ ਸਕਦੀ ਹੈ ਜਾਂ ਨਹੀਂ ਸੋਚ ਸਕਦੀ? ਦੇਖੋ, ਸਰਕਾਰ ਸੋਚ ਹੀ ਰਹੀ ਹੈ ਤੇ ਇੰਨੀਆਂ ਮੀਟਿੰਗਾਂ ਕਰ ਰਹੀ ਹੈ। ਸਰਕਾਰ ਦੇ ਉੱਤੇ ਪ੍ਰੈਸ਼ਰ ਤੇ ਹੈਗਾ ਹੀ ਹੈ ਲੋਕਾਂ ਦਾ, ਤਾਂ ਹੀ ਬਲ ਦੀ ਵਰਤੋਂ ਕਰ ਸਕਦੀ ਹੈ ਸਰਕਾਰ। ਵੇਖੋ, ਬਲ ਦੀ ਵਰਤੋਂ ਇਹ ਕੁਝ ਵੀ ਕਰ ਸਕਦੇ ਨੇ। ਜੇ ਤੇ ਇਨਸਾਨੀਅਤ ਜਿਨ੍ਹਾਂ ਦੀ ਮਰ ਗਈ, ਜਿਨ੍ਹਾਂ ਨੂੰ 1.5 ਮਹੀਨੇ ਲੋਕ ਠੰਡ 'ਚ ਨਹੀਂ ਦੇਖ ਰਹੇ ਉੱਥੇ ਬੈਠੇ, ਤੇ ਫਿਰ ਕੁਝ ਵੀ ਕਰ ਸਕਦੇ ਆ। ਪਰ ਅਫਸੋਸ ਦੀ ਗੱਲ ਇਹ ਹੋਊਗੀ ਕਿ ਜੇ ਇਹ ਕੋਈ ਇਹੋ ਜਿਹਾ ਸਟੈਪ ਚੱਕਦੇ ਆ, ਇਹ ਉਹ ਕਿਸਾਨ ਨੇ ਜਿਨ੍ਹਾਂ ਦੇ ਪੁੱਤਰ ਬਾਰਡਰਾਂ ਤੇ ਬੈਠੇ ਆ। ਜੇ ਤੁਸੀਂ ਸ਼ਹੀਦੀਆਂ ਦੇਖ ਲਓ, ਸਭ ਤੋਂ ਵੱਧ ਸ਼ਹੀਦੀਆਂ ਪੰਜਾਬ ਦੀਆਂ, ਰਾਜਸਥਾਨ, ਹਰਿਆਣਾ, ਕਦੇ ਵੀ ਤੁਸੀਂ ਦੇਖੋਗੇ ਤੇ ਮੇਰੇ ਖਿਆਲ 80% ਨਾਂ ਜਿਹੜੇ ਆ ਇਹ ਸਟੇਟਾਂ ਤੋਂ ਆਉਣਗੇ ਜਿਹੜੇ ਬਾਰਡਰਾਂ ਤੇ ਨੇ। ਤੇ ਅੱਜ ਜੇ ਉਹਨਾਂ ਦੇ ਬਜ਼ੁਰਗ, ਅੱਜ ਉਹਨਾਂ ਦੀਆਂ ਮਾਤਾ ਇੱਥੇ 1.5 ਮਹੀਨੇ ਤੋਂ ਬੈਠੇ ਆ, ਔਰ 56 ਜਾਣੇ ਉੱਥੇ ਜਿਹੜੇ ਆ ਉਹ ਪੂਰੇ ਹੋ ਗਏ ਆ, ਤੇ ਅੱਜ ਉਹਨਾਂ ਦੇ ਪੁੱਤਰ ਬਾਰਡਰਾਂ ਤੇ ਦੇਖ ਰਹੇ ਆ ਕਿ ਅਸੀਂ ਦੇਸ਼ ਦੀ ਸੁਰੱਖਿਆ ਕਰ ਰਹੇ ਆ ਤੇ ਸਾਡੇ ਮਾਂ ਪਿਓ ਦਾ ਹਾਲ ਉੱਥੇ ਕੀ ਹੋ ਰਿਹਾ। ਤੇ ਮੈਨੂੰ ਇਹ ਸ਼ੰਕਾ ਕਿ ਕਿਤੇ ਪੁੱਠੇ ਬੰਨੇ ਨੂੰ ਕੰਮ ਨਾ ਚੱਲ ਜੇ। ਸਾਰੇ ਹਿੰਦੁਸਤਾਨ ਦੇ ਵਰਗਾਂ ਨੇ ਕਿਸਾਨੀ ਦਾ ਸਮਰਥਨ ਕੀਤਾ ਤੇ ਇੱਕ ਵਾਹਿਦ ਜੇ ਰਹਿ ਗਈ ਆ ਤੇ ਉਹ ਫੌਜ ਰਹਿ ਗਈ ਆ। ਤੇ ਮੈਨੂੰ ਸ਼ੰਕਾ ਕਿਤੇ ਇਹ ਪੁੱਠਾ ਪੰਗਾ ਨਾ ਲੈ ਲੇ ਤੇ ਫੌਜ ਦਾ ਮੂੰਹ ਵੀ ਇਹਦੇ ਵੱਲ ਨੂੰ ਨਾ ਹੋ ਜੇ, ਕਿਉਂਕਿ ਜਦੋਂ ਕੋਈ ਇਹੋ ਜਿਹਾ ਕੰਮ ਚੱਲਦਾ ਨਾ ਤੇ ਫਿਰ ਹਰ ਵਰਗ ਨੂੰ ਤਕਲੀਫ ਹੁੰਦੀ ਆ। ਜਿਹੜੇ ਸਾਡੇ ਭਰਾ ਉੱਥੇ ਬਾਰਡਰ ਤੇ ਬੈਠੇ ਆ, ਉਹਨਾਂ ਦੇ ਬਜ਼ੁਰਗ ਇੱਥੇ ਮਰ ਰਹੇ ਆ, ਤੇ ਫਿਰ ਉਹਨਾਂ ਨੇ ਬਾਰਡਰਾਂ ਤੇ ਕੀ ਕਰਨਾ ਬਈ? ਸਾਨੂੰ ਕੋਈ ਪਾਕਿਸਤਾਨ ਤੋਂ ਖਤਰਾ ਨਹੀਂ, ਸਾਨੂੰ ਚਾਈਨਾ ਤੋਂ ਬਹੁਤਾ ਖਤਰਾ ਨਹੀਂ। ਖਤਰਾ ਅੰਦਰ ਬੈਠੇ ਜਿਹੜੇ ਲੋਕ ਨੇ, ਜਿਹੜੇ ਸਾਡੇ ਮਜਬੂਰ ਕਰ ਰਹੇ ਆ ਸਾਡੇ ਲੋਕਾਂ ਨੂੰ ਘੁੱਟ-ਘੁੱਟ ਕੇ ਮਰਨ ਵਾਸਤੇ, ਤੇ ਉਹਨਾਂ ਦੇ ਹੱਕ ਖੋਏ ਜਾ ਰਹੇ। ਉਹਦੀ ਲੜਾਈ ਵਾਸਤੇ ਹਰ ਵਰਗ ਸ਼ਾਮਲ ਹੋਊਗਾ। ਸੋ ਇਹ ਬਲ ਦਾ ਪ੍ਰਯੋਗ ਕਰਨਾ ਐਡਾ ਸੌਖਾ ਇਸ ਅੰਦੋਲਨ ਲਈ ਨਹੀਂ ਹੋ ਸਕਦਾ। ਜੀ, ਸ਼ੁਕਰੀਆ ਗੱਲਬਾਤ ਕਰਨ ਲਈ। ਸੋ ਪਾੜਾ ਸਾਹਿਬ ਦਾ ਕਹਿਣਾ ਹੈ ਕਿ ਕਾਂਗਰਸ ਇਸ ਕਰਕੇ ਅੱਗੇ ਕਦਮ ਜ਼ਿਆਦਾ ਨਹੀਂ ਵਧਾ ਰਹੀ ਕਿਉਂਕਿ ਪਹਿਲਾਂ ਹੀ ਇਹ ਇਲਜ਼ਾਮ ਲੱਗ ਰਹੇ ਨੇ ਕਿ ਕਾਂਗਰਸ ਸਭ ਕੁਝ ਕਰਵਾ ਰਹੀ ਹੈ। ਤੇ ਜਿਹੜੇ ਲੋਕ ਇਹ ਸੋਚਦੇ ਨੇ ਕਿ ਵਿਰੋਧੀ ਧਿਰ ਕਮਜ਼ੋਰ ਪੈ ਚੁੱਕੀ ਹੈ, ਉਹਨਾਂ ਦਾ ਕਹਿਣਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜਦੋਂ ਲੋੜ ਪਈ ਤਾਂ ਅਸੀਂ ਵੀ ਅੱਗੇ ਖੜੇ ਹੋਵਾਂਗੇ ਤੇ ਇੱਥੇ ਅਸੀਂ ਧਰਨੇ ਉੱਤੇ ਬੈਠੇ ਹਾਂ। 29ਵਾਂ ਦਿਨ ਹੈਗਾ ਜੰਤਰ ਮੰਤਰ ਦੇ ਵਿੱਚ ਕਾਂਗਰਸ ਦੇ ਵੱਲੋਂ ਧਰਨੇ ਦਾ। ਮੀਂਹ ਪੈ ਰਿਹਾ ਲਗਾਤਾਰ, ਇੱਥੇ ਰਾਤੀ ਠੰਡ ਵੀ ਹੁੰਦੀ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਜਿਹੜਾ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਸਿਆਸਤਦਾਨਾਂ ਨੂੰ ਮੰਚ ਉੱਤੋਂ ਬੋਲਣ ਨਹੀਂ ਦਿੱਤਾ ਜਾਵੇਗਾ ਤੇ ਸਿਆਸਤਦਾਨਾਂ ਨੂੰ ਇਸ ਅੰਦੋਲਨ ਤੋਂ ਦੂਰ ਰੱਖਿਆ ਜਾਵੇਗਾ, ਅਸੀਂ ਉਸ ਅੰਦੋਲਨ ਦਾ ਸਮਰਥਨ ਕਰਦੇ ਹਾਂ। ਨਵੀਂ ਦਿੱਲੀ ਤੋਂ ਕੈਮਰਾਮੈਨ ਸ਼ੈਰੀ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ TV।